हाँ जी, सत श्री अकाल साਰਿਆਂ ਨੂੰ ਵੈਲਕਮ ਹੈ ਸਾਡੇ ਚੈਨਲ PTE ਟ੍ਰੇਨਰ ਤੇ। ਸੋ ਅੱਜ ਅਸੀਂ ਗੱਲ ਕਰਾਂਗੇ ਸਾਡੇ ਸੈਕਿੰਡ ਟਾਈਪ ਆਫ ਐਸੇ ਦੀ, ਜਿਹਦਾ ਕਿ ਨਾਮ ਹੈ ਬੋਥ ਸਾਈਡਡ। ਔਰ ਬੋਥ ਸਾਈਡਡ ਪਹਿਲਾ ਜੋ ਸਾਡਾ ਐਸੇ ਸੀ ਉਹ ਸੀ ਜੀ ਫਸਟ ਐਸੇ ਸੀ ਜੋ ਸਾਡਾ ਰਾਈਟਿੰਗ ਮੋਡਿਊਲ ਦਾ, ਉਹ ਸੀ ਐਗਰੀ ਔਰ ਡਿਸਐਗਰੀ। ਫਸਟ ਐਸੇ ਐਗਰੀ ਔਰ ਡਿਸਐਗਰੀ ਦਾ ਸੀ। और जो साडा अज का एसे है वो है बोथ साइडेड। अज का एसे साडा बोथ साइडेड का जी। बोथ साइडेड मतलब कि असी जो साडे व्यूज़ देने आ, जो साडे आइडियाज़ होंगे दोवें साइड्स देने आ। किवें तुहानूं तुहाडे सामने एक जो टॉपिक है साडा तुसीं देख सकते हो, डैट इज़ some employers involve employees in the decision making process of products and services. What are the advantages and disadvantages? ਹੁਣ ਗੱਲ ਇੱਥੇ ਦੋਵੇਂ ਬੰਨਿਆਂ ਦੀ ਹੋ ਰਹੀ ਹੈ। ਐਡਵਾਂਟੇਜ ਲਾਭ ਕੀ ਆ ਉਹਦੇ, ਡਿਸਐਡਵਾਂਟੇਜ ਹਾਨੀਆਂ ਕੀ ਆ ਉਹਦੀਆਂ। ਸੋ ਇਹ ਚੀਜ਼ਾਂ ਅਸੀਂ ਦੱਸਣਾ ਹੈ। ਟੈਂਪਲੇਟ ਇਹਦਾ ਟੈਂਪਲੇਟ ਵੀ ਹੈ ਮੇਰੇ ਕੋਲ। ਅੱਜ ਅਸੀਂ ਗੱਲ ਸਿਰਫ ਬੋਥ ਸਾਈਡਡ ਦੀ ਕਰਾਂਗੇ। ਐਗਰੀ ਡਿਸਐਗਰੀ ਦੀ ਵੀਡੀਓ ਆ ਚੁੱਕੀ, ਤੁਸੀਂ ਦੇਖ ਸਕਦੇ ਹੋ ਚੈਨਲ 'ਤੇ। ਟੈਂਪਲੇਟ ਡਿਸਕ੍ਰਿਪਸ਼ਨ 'ਚ ਹੈ। ਉਹਦੇ 'ਚ ਇੱਕ ਥੋੜ੍ਹੀ ਜਿਹੀ ਮਿਸਟੇਕ ਸੀ, ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਲਾਸਟ ਲਾਈਨ ਜਿਹੜਾ 2 ਹੈ, ਲਾਸਟ ਸੈਕਿੰਡ ਵਰਡ ਆਈ ਥਿੰਕ, ਉੱਥੇ ਸਿਰਫ ਇਕੱਲਾ TO2 ਪਾ ਰੱਖਿਆ ਹੈ। TO2 ਪਾ ਰੱਖਿਆ ਇਕੱਲਾ, ਉਸ ਨੂੰ ਰਿਪਲੇਸ ਕਰਕੇ ਤੁਸੀਂ TOO2 ਕਰ ਲਿਓ। ਇਹ ਥੋੜ੍ਹੀ ਜਿਹੀ ਮਿਸਟੇਕ ਸੀ, ਮੈਂ ਕਲੀਅਰ ਕਰ ਦੇਣਾ। ਅੱਜ ਜੋ ਗੱਲ ਕਰਾਂਗੇ ਅਸੀਂ ਬੋਥ ਸਾਈਡਡ ਦੀ। ਬੋਥ ਸਾਈਡਡ ਦੀ ਗੱਲ ਹੋਊਗੀ ਤਾਂ ਟੈਂਪਲੇਟ ਬਾਰੇ। ਸੋ ਇੱਕ ਟੈਂਪਲੇਟ ਕੀ ਹੈ ਜੀ, ਜੋ ਅਸੀਂ ਐਗਰੀ ਡਿਸਐਗਰੀ ਦਾ ਟੈਂਪਲੇਟ ਸੀ, ਫਸਟ 2 ਪੈਰਾਗ੍ਰਾਫ ਸੇਮ, ਥਰਡ ਤੇ ਫੋਰਥ ਜੋ 2 ਲਾਸਟ ਲਾਈਨ ਸੇ ਕਨਕਲੂਜਨ ਦੀਆਂ ਉਹ ਚੇਂਜ ਨੇ ਇਸ ਪੈਰਾਗ੍ਰਾਫ 'ਚ। ਮੀਨਸ ਕਿ ਪਹਿਲੇ 2 ਪੈਰਾਗ੍ਰਾਫ ਸੇਮ ਨੇ, ਥਰਡ ਪੈਰਾਗ੍ਰਾਫ ਹੀ ਸਿਰਫ ਬਦਲਿਆ। ਸੋ ਉਸ ਚੀਜ਼ ਨੂੰ ਅਸੀਂ ਕਲੀਅਰ ਕਰਾਂਗੇ ਸਾਡੀ ਇਸ ਵੀਡੀਓ ਵਿੱਚ। ਕਿਵੇਂ ਅਸੀਂ ਟੌਪਿਕ ਐਡ ਕਰਨਾ, ਉਹ ਸਭ ਕੁਝ ਸੇਮ ਹੈ। ਉਹ ਫਸਟ ਦੀ ਤਰ੍ਹਾਂ ਜੋ ਅਸੀਂ ਐਗਰੀ ਡਿਸਐਗਰੀ 'ਚ ਕੀਤਾ ਸੀ। ਵੀਡੀਓ ਦੇਖੋ ਤੁਸੀਂ। ਜੇ ਤੁਹਾਨੂੰ ਨਹੀਂ ਪਤਾ, ਕੋਈ ਡਾਊਟ ਹੈ ਤਾਂ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਓ। ਸੋ ਅੱਜ ਅਸੀਂ ਗੱਲ ਕਰਾਂਗੇ ਬੋਥ ਸਾਈਡਡ ਦੀ। ਥਰਡ ਪੈਰਾਗ੍ਰਾਫ ਮੈਂ ਲਿਖਾ ਦੂੰਗਾ ਬੋਰਡ 'ਤੇ। ਔਰ ਅਗਰ ਤੁਸੀਂ ਪੌਜ਼ ਕਰਕੇ ਲਿਖਣਾ ਤਾਂ ਪੌਜ਼ ਕਰਕੇ ਲਿਖ ਲਿਓ ਵੀਡੀਓ ਨੂੰ, ਨਹੀਂ ਤਾਂ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ, ਉੱਥੋਂ ਤੁਸੀਂ ਰਾਈਟ ਡਾਊਨ ਕਰ ਲਿਓ। ਸੋ ਬੋਥ ਐਡਵਾਂਟੇਜ, ਅਗਰ ਤਾਂ ਮੈਂ ਤੁਹਾਨੂੰ ਇਹਦੀ ਟ੍ਰਿਕ ਦੱਸ ਦਿੰਦਾ ਕਿ ਟ੍ਰਿਕ ਕੀ ਆ, ਕਿ ਸਾਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਬੋਥ ਸਾਈਡਡ ਆ ਜਾਂ ਐਗਰੀ ਔਰ ਡਿਸਐਗਰੀ ਆ। ਦੇਖੋ, ਸਾਨੂੰ ਐਸੇ ਦੇ ਵਿੱਚ ਆਊਗਾ ਜੋ ਸਾਡੀ ਟੌਪਿਕ, ਜੋ ਸਾਡਾ ਹੈਡਿੰਗ ਹੋਊਗੀ, ਉਹਦੇ 'ਚ ਲਿਖਿਆ ਹੋਊਗਾ, ਸਾਫ਼ ਲਿਖਿਆ ਹੋਊਗਾ ਐਗਰੀ ਔਰ ਡਿਸਐਗਰੀ। ਐਗਰੀ ਔਰ ਡਿਸਐਗਰੀ ਇਹ ਤੁਹਾਨੂੰ ਲਿਖਿਆ ਮਿਲ ਗਿਆ, ਦੋਵਾਂ 'ਚੋਂ ਇੱਕ ਵੀ ਜਾਂ ਦੋਵੇਂ ਵੀ, ਤਾਂ ਐਗਰੀ ਔਰ ਡਿਸਐਗਰੀ ਵਾਲਾ ਟੈਂਪਲੇਟ। ਅਗਰ ਇਹ ਚੀਜ਼ਾਂ ਤੁਹਾਨੂੰ ਨਹੀਂ ਮਿਲਦੀਆਂ ਇਹਦੇ ਵਿੱਚ, ਜਾਂ ਇਸ ਤਰ੍ਹਾਂ ਦੇ ਐਡਵਾਂਟੇਜ ਔਰ ਡਿਸਐਡਵਾਂਟੇਜ, ਗਿਵ ਯੂਰ ਓਪੀਨੀਅਨਸ, ਸੋ ਉੱਥੇ ਅਸੀਂ ਐਡ ਕਰਾਂਗੇ ਸਾਡਾ ਬੋਥ ਸਾਈਡਡ ਵਾਲਾ ਟੈਂਪਲੇਟ। ਜੋ ਰੂਲਸ ਨੇ, ਜਿਸ ਤਰ੍ਹਾਂ ਅਸੀਂ ਐਡ ਕਰਨਾ ਟੌਪਿਕ ਨੂੰ, ਸਭ ਕੁਝ ਮੈਂ ਦੱਸਦਾ ਤੁਹਾਨੂੰ। ਸਿਨੋਨੀਮਸ ਪਤਾ ਹੈ ਅਗਰ ਵਰਡ ਕਿਸੇ ਦੇ ਤਾਂ ਠੀਕ ਹੈ, ਨਹੀਂ ਪਤਾ ਤਾਂ ਤੁਸੀਂ ਸੇਮ ਐਜ਼ ਇਟ ਇਜ਼ ਉਹਨੂੰ ਉਤਾਰ ਦਿਓ ਉਹਦੇ ਵਿੱਚ, ਜੋ ਕਿ ਸਾਡਾ ਟੈਂਪਲੇਟ ਵਿੱਚ ਸਾਨੂੰ ਜਿੱਥੇ ਸਾਡੇ ਬਲੈਂਕਸ ਨੇ, ਜਿੱਥੇ ਅਸੀਂ ਟੌਪਿਕ ਐਡ ਕਰਨਾ ਹੈ, ਜਿਹਦੇ ਨਾਲ ਸਾਡਾ ਕੰਟੈਂਟ ਵਧੂਗਾ, ਉੱਥੇ ਐਡ ਕਰ ਦਿਓ। ਸੋ ਥਰਡ ਪੈਰਾਗ੍ਰਾਫ ਜੋ ਚੇਂਜ ਹੈ, ਥਰਡ ਔਰ ਫੋਰਥ ਜੋ ਕਨਕਲੂਜਨ ਲਾਸਟ ਹੈ, ਉਹ ਜੋ ਅਲੱਗ ਐਗਰੀ ਔਰ ਡਿਸਐਗਰੀ ਐਸੇ ਤੋਂ, ਉਹ ਮੈਂ ਦਿਖਾ ਦੇਣਾ। ਅਗਰ ਤੁਹਾਨੂੰ ਕੋਈ ਡਾਊਟ ਪਲੀਜ਼ ਦੱਸਿਓ ਕਮੈਂਟ ਸੈਕਸ਼ਨ 'ਚ। ਅਗਰ ਕੋਈ ਟੈਂਪਲੇਟ ਤੋਂ ਲੈ ਕੇ ਕੋਈ ਪ੍ਰੋਬਲਮ, ਉਹ ਵੀ ਦੱਸਿਓ, ਕਲੀਅਰ ਜ਼ਰੂਰ ਕਰਾਂਗੇ। ਡਿਸਕ੍ਰਿਪਸ਼ਨ 'ਚ ਮੈਂ ਆਪਣਾ ਕੰਟੈਕਟ ਨੰਬਰ ਵੀ ਦਊਂਗਾ, ਤੁਸੀਂ ਕੰਟੈਕਟ ਕਰ ਸਕਦੇ ਹੋ ਕਦੇ ਵੀ। ਔਰ ਮੇਲ ਵੀ ਹੋਊਗੀ, ਜੇ ਮੇਲ ਕਰਨਾ ਤੁਸੀਂ ਮੇਲ ਕਰ ਸਕਦੇ ਹੋ। ਲਿੰਕ ਜ਼ਰੂਰ ਦਊਂਗਾ ਮੈਂ ਇਹਦੇ ਵਿੱਚ ਟੈਂਪਲੇਟ ਦਾ। ਸੋ ਰਾਈਟ ਡਾਊਨ ਕਰ ਲਿਓ। ਮੈਂ ਪਹਿਲਾਂ ਹੀ ਕਹਿੰਦਾ, ਪ੍ਰੈਕਟਿਸ ਪਹਿਲਾਂ ਨੋਟਬੁੱਕ 'ਤੇ ਕਰੋ। ਜਦੋਂ ਤੁਹਾਨੂੰ ਪੂਰੀ ਤਰ੍ਹਾਂ ਯਾਦ ਹੋ ਜਾਂਦਾ ਟੈਂਪਲੇਟ, ਦੈਨ ਤੁਸੀਂ ਕੰਪਿਊਟਰ 'ਤੇ ਜਾਓ, ਕਿਉਂਕਿ ਫਿਰ ਅਸੀਂ ਸਿਰਫ ਕੰਪਿਊਟਰ 'ਤੇ ਸਾਡੀ ਜੋ ਸਪੀਡ ਹੈ ਉਹ ਵਧਾਉਣੀ ਆ। ਯਾਦ ਤਾਂ ਸਾਨੂੰ ਹੋ ਗਿਆ, ਨੋਟਬੁੱਕ 'ਤੇ ਅਸੀਂ ਰਾਈਟ ਡਾਊਨ ਕਰਕੇ ਦੇਖ ਲਿਆ, ਪ੍ਰੈਕਟਿਸ ਹੋ ਗਈ। ਅਸੀਂ ਕੰਪਿਊਟਰ 'ਤੇ ਸਾਡੀ ਸਪੀਡ ਵਧਾਉਣੀ ਆ। ਮੈਕਸੀਮਮ ਟਾਈਮ ਅਸੀਂ 15 ਤੋਂ 60 ਮਿੰਟਸ ਲਿਖ ਲੈਣਾ ਤਾਂ ਵੈਲ ਗੁੱਡ। ਤੁਸੀਂ ਘੱਟ ਟਾਈਮ 'ਚ ਲਿਖ ਲੈਂਦੇ ਤਾਂ ਹੋਰ ਵੀ ਵਧੀਆ ਗੱਲ ਆ, ਫਿਰ ਉਨਾ ਹੀ ਸਾਨੂੰ ਟਾਈਮ ਜ਼ਿਆਦਾ ਮਿਲ ਜੂਗਾ ਰੀਡਿੰਗ ਵਾਸਤੇ। ਅਸੀਂ ਰੀਡ ਕਰ ਲਾਂਗੇ, ਜੋ ਕਿ ਤਿੱਕੀ 'ਤੇ ਕੋਈ ਮਿਸਟੇਕ ਤਾਂ ਨਹੀਂ ਰਹੇਗੀ, ਇਸ ਚੀਜ਼ ਨੂੰ ਅਸੀਂ ਚੈੱਕ ਕਰ ਲਾਂਗੇ, ਬਿਕੋਜ਼ ਇੱਕ ਨੰਬਰ ਕੀਮਤੀ ਆ ਸਾਡੇ ਲਈ। ਸੋ ਥਰਡ ਪੈਰਾਗ੍ਰਾਫ ਜੋ ਚੇਂਜ ਆ ਉਹ ਰਾਈਟ ਡਾਊਨ ਕਰਾਂਗੇ ਹੁਣ।
ओके सो नैक्सट देखते हैं ਅਸੀਂ थर्ड पैराग्राफ और फोर्थ जो साडा कंक्लूजन। हाँ जी हुण गल करते हैं साडे जो बोथ साइडेड एसे दे थर्ड पैराग्राफ की। सो थर्ड पैराग्राफ थोड़े सामने फर्स्ट टू पैराग्राफ मैं पहला भी दसिया सी हुण फिर तो रिपीट कर देता कि फर्स्ट टू पैराग्राफ सेम ने। थर्ड पैराग्राफ ये जो चेंज है सिर्फ सौखा ही है असीं जो फर्स्ट ऐसे याद करेंगे एग्री और डिसएग्री का। उस तो बाद जो ये बोथ साइडेड वाला है इस असीं सिर्फ थर्ड पैराग्राफ चेंज करना है। हुण टॉपिक सेम ऐड होणगे उवें जिवें पहला कीते सी इस च भी ऐड होणगे। हालांकि ये पूरा पैराग्राफ नहीं है, ये थोड़ा जिहा रह गया, ये दो तीन लाइन्स रह गई। फर्स्ट ऑफ ऑल मैं रीड कर देना थोड़ा ये पैराग्राफ लिखे गया। देयर आर हाउएवर some pitfalls that can easily overwhelm the potential benefit of इत्थे आजूगा साडा टॉपिक। उस बाद फुल स्टॉप। द प्राइमरी वन stems from the fact that by observing the aforementioned trend, comma, people have not only realized its gravity, comma, but also got the magnitude of its repercussion. A repercussion repercussions when it comes to टूडेज एवर चेंजिंग लाइफ स्टाइल। देखो एवर चेंजिंग पाया तो असं एवें ही लिखना है एवर चेंजिंग, यही नहीं कि सिर्फ एवर चेंजिंग हटाता इनू एवें लिखता मिसटेक हो जूगी, मिसटेक निकल जाए। अगर तुसी एप ई यूनी का इस्तेमाल कर रहे हो तो तुसी अगर वो लिखोगे तो साडी मिसटेक आ जूगी। मैं एक चीज़ होर दसना चाहना सी कि एप ई यूनी का तुसी जो स्कोर प्लीज़ ना देखियो, बिकॉज स्कोर नहीं वह सही मैं पहला भी दसिया अपने वीडियोज़ तुसी प्रैक्टिस लई जो बेस्ट ऐप है वो है एप ई यूनी है, बट स्कोर ना देखो तुसी। बिकॉज बहुत सारे स्टूडेंट्स गलती करते तो स्कोर दे जो भुलेखे च रह जाते कि हाँ साडा स्कोर वधिया होने लग गया या स्कोर माड़ा आ रहा है। वो फिर जो कई बार स्कोर साडा घट होंदा तो सानू खुद नूं थोड़ा जिहा असीं सही फील नहीं करते कि हाँ यार प्रैक्टिस कर रहे हैं या मेहनत कर रहे तो साडा स्कोर नहीं आ रहा। सो डोंट वरी, वो स्कोर मायने नहीं रखता, तुसी प्रैक्टिस करो। वो सिर्फ जो ऐप है वो एक प्रैक्टिस लिए ऐप बनाई गई है, ना कि वो स्कोर जो दसती जरूर है बट वो सही नहीं है। क्योंकि तुसी खुद देख लियो शायद कई बार तुसी बहुत वधिया बोलोगे बट स्कोर थोड़ा बहुत ज़्यादा डाउन हो जाऊगा, है ना। सो प्लीज़ मैं एक गल क्लीयर कर देना चाहता सी कि जो ऐप का स्कोर है वो बिल्कुल परफेक्ट नहीं है या सही नहीं है। वो सिर्फ वो प्रैक्टिस लिए बेस्ट ऐप है, प्रैक्टिस लिए उस तो वधिया ऐप नहीं हो सकती। सो ये सी अपना थर्ड पैराग्राफ। हाँ हुण इहदे च जरा मैं तुहानूं ये दसदा कि असीं टॉपिक किवें ऐड करांगे। टॉपिक साडे कोल सी सम एम्प्लॉयज़ इनवॉल्व एम्प्लॉयज़ इन द डिसीजन मेकिंग प्रोसैस ऑफ प्रोडक्ट्स एंड सर्विसेज। हुण सम तो ही असीं शुरू करांगे। टॉपिक जिथे दा टॉपिक है मैं बता देना उरे आ जाऊगा साडा सम, स्मॉल सम। ये असी कैपिटल लैटर तो नहीं आ सकते, तुसी तुहानूं खुद नूं पता है। छोटा SMOM सम तो शुरू करांगे प्लस 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 अगे साडा जो टॉपिक असी साडा अगे टॉपिक आ जाऊगा। टॉपिक की आऊगा फॉर्म देख लिए क्योंकि फॉर्म दे भी नंबर मिलते तो फॉर्म देख लेने असी। देयर आर हाउएवर सम पिटफॉल दैट कैन ईजिली ओवरवेलम द पोटेंशियल बेनिफिट्स ऑफ सम एम्प्लॉयज इन द decision making process of product and services. The primary one stems from the fact that by observing the aforementioned trends ਤੁਸੀਂ ਖੁਦ ਦੇਖ ਸਕਦੇ ਫੋਰਮ ਬਣ ਰਹੀ ਆ। ਇਹ ਨਹੀਂ ਕਿ ਇਹਦੇ 'ਚ ਸਾਡਾ ਕੋਈ ਮੇਨ ਨਹੀਂ ਨਿਕਲੂਗਾ ਜਾਂ ਨੋ। ਜੋ ਅਪਡੇਟ ਮੈਂ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਅਪਡੇਟ ਆ ਚੁੱਕਾ ਹੈ ਮਾਰਕਸ 'ਚ ਲਿੰਗੁਇਸਟਿਕ ਤੇ ਡਿਵੈਲਪ ਦੋ ਚੀਜ਼ਾਂ ਐਡ ਕੀਤੀਆਂ ਗਈਆਂ। ਡਿਵੈਲਪ ਕੀ ਜੋ ਕਿ ਸਾਡਾ ਪੂਰੇ ऐसे का स्ट्रक्चर तो टैंपलेट तो सानू एक प्रॉपर स्ट्रक्चर दे रहे हैं, मीनस कि साढ़े वो 2 नंबर होर हुण मार्क्स लैने होर आसान हो गए। सो एक लास्ट गल मैं होर क्लीयर करना चाहता सी PTE के बारे, क्योंकि बहुत सारे स्टूडेंट्स कहते हैं कि PTE की कोई वैल्यू नहीं है या एज कंपेयर टू IELTS, बट ये ट्रू नहीं है। बिकॉज हुण तां अगर तुसी चलो बहुत सारे स्टूडेंट्स का सुपना है कि कैनेडा ही जाना, कैनेडा भी एक्सैप्ट करन लग गया PTE नूं। बहुत सारे स्टूडेंट में जो है सी मेरे कोलिग्स भी PTE ते वीज़ा उन्होंने मिले है कैनेडा का भी और आस्ट्रेलिया तक एक्सैप्ट कर रही है, न्यूजीलैंड UK ये सारी कंट्री एक्सैप्ट कर रही है PTE नूं। सो ये गल मैं क्लीयर करना चाहता सी, इस ते वीडियो अलग एक बनावांगे असीं। हुण असीं गल करांगे जो साडा पैरा रह गया थोड़ा जिहा और लास्ट जो साडा कंकलूजन है उस बारे गल करांगे असीं। सो ये सी थर्ड पैराग्राफ, मैं दोबारा रिपीट कर दिना। फर्स्ट टू पैराग्राफ सेम रहेंगे एग्री डिसएग्री वाले। थर्ड पैराग्राफ
और फोर्थ जो कंक्लूजन पार्ट है वो थोड़ा थोड़ा चेंज, मतलब थर्ड पैराग्राफ सारा चेंज है, जो फोर्थ कंक्लूजन पार्ट है वो थोड़ा जिहा चेंज है, ज़्यादा नहीं है, थोड़ा जिहा चेंज है सिर्फ वो। सो अगर तुसी एग्री डिसएग्री वाला लर्न कर लेंगे तो सिर्फ थानू एक थर्ड पैराग्राफ ही लर्न करना पड़ेगा। फोर्थ कंक्लूजन छोटा जो 2-3 लाइना का वो तुम याद कर ही लवेंगे। सो प्रैक्टिस मैं बार बार कहना, नोटबुक से पहला प्रैक्टिस करो, जिन्नी हो सकती करो, बार बार मिसटेक्स देखो कि मिसटेक्स है, कोमा फुल स्टॉप जिथे जो भी आ रहा है प्रॉपरली उन्होंने याद कर लो। दैन फिर प्रैक्टिस करनी है असी AP यूनिट एपी यूनिट से प्रैक्टिस करनी है। ऐप है ये मोबाइल फोन पर तुम डाउनलोड कर सकते हो। सैकेंड चीज़ है जो वो है कि उस तो बाद असी एक स्पीड का ध्यान रखना है। स्पीड असी 15 to 16 मिनट्स अगर कर लैंने आ तो दैन फिर साढ़े को रीडिंग लिए 4-5 मिनट बचते तो असी करांगे रीडिंग असी सब कुछ एक बार रीड कर लेना साढ़े एसे नूं कि किते कोई मिसटेक तो नहीं रहेगी, कोई कैपिटल लैटर तो नहीं, असी छोटा पता फुल स्टॉप तो बाद या होर कोई मिसटेक रहेगी, ये चीज़ असी चैक कर लैनी। सो नाउ हुण असी गल करांगे जो थोड़े जी साढ़े कोल लाइनस रह गई इस पैराग्राफ दियां वो और लास्ट कंक्लूजन। दैन फिर असी चलांगे अपने जो लास्ट प्रॉब्लम सोल्यूशन, उत्थे मैं दस दूंगा थोड़ा बोथ साइडेड आला ही जो ऐसे है वही लगू अगर प्रॉब्लम सोल्यूशन आ जाता। 10% उस ऐसे आने उम्मीद है एग्जाम 10%, 90% तो नहीं आ सकता क्योंकि 90% चांसिस है बोथ साइड ते एग्री डिसएग्री दे। 10% है वो चांस, अगर आज ही तक घबराना नहीं, बोथ साइडेड वाला बिल्कुल सही है और तुम वो लिख सकते हो। सो हुण जो रह गया साढ़े कोले थर्ड पैराग्राफ का पोर्शन थोड़ा जिहा रह गया, दैन फोर्थ जो कंक्लूजन वो लिख देने हैं। दैन असी फिर नैक्सट वीडियो वाल जो रीडिंग मॉड्यूल वाल चलांगे। रीडिंग मॉड्यूल बहुत सारे स्टूडेंट्स लिए ये है कि रीडिंग मॉड्यूल पता नहीं कितना औखा है, बिल्कुल नहीं औखा, थोड़ा जिहा सानूं दिमाग वरतना पऊगा उत्थे। मैं तुहानूं पहले भी एक चीज़ समझाई सी कि PTE ये नहीं कि हर मॉड्यूल का अपना अपना ही असी उहदे च जो अपने अपने ही उहदे मार्क्स ने या सिर्फ रहणगे। PTE च हर मॉड्यूल एक दूसरे को मार्क्स देता है। सो उस चीज़ बारे मैं तुहानूं समझाऊंगा। रीडिंग मार्क्स आने बहुत सौखे ने, एवं तुसीं डरो ना, PTE बहुत आसान है। हाँ इन्नी भी नहीं आसान कि तुसीं बिल्कुल हल्के च लै जाओ, बट इट्स ओके। आइल्स के कंपेरिजन थोड़ी जी आसान है, थोड़ी जी ज़्यादा नहीं कहूँगा मैं, थोड़ी जी आसान कहूँगा, वो भी सिर्फ राइटिंग, बाकी तो थोड़ा पता लग ही जाएगा जो तुम प्रैक्टिस करोगे। सो जो पोर्शन रह गया पहला उस बारे गल करते हैं, ये गल्लां असीं बाद च करांगे या नैक्सट वीडियो आऊगी जो उदों तुहानूं समझावांगे। हुण असीं जो रह गया जो पोर्शन वो कंप्लीट करते हैं, दैन फिर असीं चलांगे साडे रीडिंग मॉड्यूल वाल। हाँ जी, ये जो रह गया सी पोर्शन साडा थर्ड पैराग्राफ का बोथ साइडेड वाले का ये रहा। बिसाइड इट्स इंपैक्ट ऑन टॉपिक इज फॉर रीचिंग इंडीड हैंस इट इज अपेरेंट बाय मैनी आर अगेंस्ट। हम जरा देख लो दो जगह टॉपिक ऐड हो रहा कंटेंट फिर पूरा इच। सो कंटेंट वाली थोड़ा टेंशन लैन की लोड़ नहीं भी, बिकॉज बहुत सारे स्टूडेंट्स का यही सोचना होंगे कि जो ऐसे दे टॉपिक च लिखिया है वो पता नहीं यार जो ऐसे पूछ रहा सानू असी वो कंटेंट ही लिख रहे हैं, जो टैंपलेट उहदे नाल रलदा है, बिल्कुल रलूगा। बिकॉज क्योंकि असी टॉपिक ऐड कर रहे हैं तो साडा कंटेंट मीनस कि साडा जो टॉपिक का जो साडा पार्ट है वो ऐड हो रहा है इस दे विच। सो ये चीज़ां सानू ध्यान रखने वालियां है, जो कि जे किसी का डाउट आ तो वो डाउट इत्थे क्लीयर हो जाऊगा कंटेंट नूं लैके कि साडा कंटेंट क्लीयर हो रहा कि नहीं। सैकेंड पैराग्राफ च भी असी टॉपिक ऐड कर रहे हैं, फर्स्ट पैराग्राफ च भी असी टॉपिक ऐड कर रहे हैं, तो थर्ड पैराग्राफ च इत्थे असी 2 बार टॉपिक ऐड करता। इत्थे एक होर क्वेश्चन पैदा होंदा वो है कि वर्ड लिमिट मैं पहले भी कही सी 250 प्लस होवे, 300 तो ज़्यादा नहीं होनी चाहिए। 300 तो ज़्यादा होगी तो साडे मार्क्स कट्टे जाएंगे, ध्यान रखियो इस गल नूं। उरे अगर असी हैडिंग ऐड करके साडे तुहानूं लगता है कि जो साडी वर्ड लिमिट है वो ज़्यादा जा रही है, तो फिर उत्थे तुसीं की करना है, माइंड यूज़ करो। अपना माइंड किवें यूज़ करोगे, जो टॉपिक है, जो टॉपिक वड्डा तुहानूं लगता है कि हाँ ये टॉपिक अगर मैं इस ऐड करूँगा टॉपिक बहुत वड्डा है, तो टॉपिक का एक पोर्शन तुसीं चक लो। एक पोर्शन किवें मैं तुहानूं दसदा। फर्स्ट मान लो बिसाइड इट्स इंपैक्ट ऑन टॉपिक की सी साडा सम इंप्लॉयज इन्वॉल्व इन द डिसीजन मेकिंग प्रोसैस ऑफ प्रोडक्ट एंड सर्विसेज। हुण इत्थे तो मैं लिखता मेरा पूरा टॉपिक ओके इज फॉर रीचिंग इंडीड हैंस इट इज अपेरेंट व्हाई मैनी आर अगेंस्ट टॉपिक। इत्थे हुण मैं लिखूंगा इत्थे मैं लिखूंगा सम एम्प्लॉयर्स इन्वॉल्व इन द प्रोसैस ऑफ प्रोडक्ट एंड सर्विसेज, या सिंपल जी गल कह सकते हैं
कि सिंपल इत्थे सिंपल करो है सिटीसिपेंट वाई मैनी आर इन अगेंस्ट ऑफ ऐड करके मीनस कि प्लस इत्थे ऑफ ऐड असी करांगे ऑफ ऐड करके साडा जो असी ऑफ ऐड कीता इहदे विच ते लिखता कि hence it is apparent why many are against in decision making process of product and services। ਇੱਥੇ ਅਸੀਂ ਸਾਡਾ ਮਾਈਂਡ ਯੂਜ਼ ਕਰਨਾ ਹੈ ਕਿ ਅਗਰ ਸਾਡੀ ਵਰਡ ਲਿਮਿਟ ਜ਼ਿਆਦਾ ਹੋ ਰਹੀ ਆ ਤਾਂ ਉਹਨੂੰ ਅਸੀਂ ਸਹੀ ਵਰਡਸ ਕਿੰਨੇ ਲਿਖਣੇ ਹੈ ਉਸ ਚੀਜ਼ ਬਾਰੇ, ਜਾਂ ਅਸੀਂ ਵਰਡ ਲਿਮਿਟ ਕੰਟਰੋਲ ਜਾਂ ਲਿਮਿਟ ਰੱਖਣੀ ਆ ਅਸੀਂ 300 ਤੋਂ ਛੋਟੀ, ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਥੋੜ੍ਹਾ ਜਿਹਾ ਮਾਈਂਡ ਯੂਜ਼ ਕਰਾਂਗੇ। ਸਾਡੇ ਟੋਪਿਕ ਨੂੰ ਤੋੜ ਮਰੋੜ ਕੇ ਅਸੀਂ ਛੋਟਾ ਲਿਖ ਸਕਦੇ ਹਾਂ। ਤੁਹਾਨੂੰ ਲੱਗਦਾ ਕਿ ਅਗਰ ਨਹੀਂ ਠੀਕ ਹੈ ਇਟਸ ਓਕੇ, ਸਾਡੀ ਵਰਡ ਲਿਮਿਟ ਰਹਿ ਜੂਗੀ ਉਹਨੇ ਕੰਟਰੋਲ 'ਚ, ਤਾਂ ਫਿਰ ਬਿਲਕੁਲ ਠੀਕ ਹੈ, ਕੋਈ ਚੱਕਰ ਨਹੀਂ, ਫਿਰ ਕੋਈ ਪ੍ਰੋਬਲਮ ਨਹੀਂ। ਓਕੇ, ਲਾਸਟ ਦੈਟ ਇਜ਼ ਕਨਕਲੂਜਨ ਪਾਰਟ ਜੋ ਆਖਰੀ ਸੀ, ਇਹ 'ਚ ਥੋੜ੍ਹਾ ਜਿਹਾ ਫਰਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਥੋੜ੍ਹਾ ਜਿਹਾ ਫਰਕ ਰਹੂਗਾ ਐਗਰੀ ਔਰ ਡਿਸਐਗਰੀ ਨੂੰ ਲੈ ਕੇ। ਉਹ ਕੀ ਹੈ, ਇਨ ਦਾ ਵਿਊ ਆਫ ਦਾ ਆਰਗੂਮੈਂਟ ਆਊਟਲਾਈਨਡ ਅਬਵ ਇਟਸ ਕੋਮਾ ਵਨ ਕੈਨ ਕਨਕਲੂਡ ਦੈਟ ਡਿਸਪਾਈਟ ਸਮ ਡਰਾਬੈਕਸ ਫਿਰ ਤੋਂ ਕੋਮਾ ਦ ਬੈਨੀਫਿਟ ਆਫ ਦਾ ਅਫੋਰੇਸੈਡ ਟ੍ਰੈਂਡ ਆਰ ਇਨਡੀਡ ਟੂ ਗ੍ਰੇਟ। ਮੈਂ ਇਸ 2 ਦੀ ਗੱਲ ਕਰ ਰਿਹਾ ਸੀ ਕਿ ਇੱਥੇ 2 ਹੈ ਜੋ ਟੈਂਪਲੇਟਸ ਹੈ ਸਾਡੇ ਉਹਦੇ 'ਚ 2 ਆ, ਇੱਥੇ TW2 ਆਊਗਾ, ਕੱਲਾ TO2 ਨਹੀਂ ਹੋਣਾ, ਉਹ ਉਰੇ ਆ ਗਿਆ। ਐਂਡ ਡੀਡ ਟੂ ਗ੍ਰੇਟ ਟੂ ਇਗਨੋਰ। ਸੋ ਇਹ ਜੋ ਸਾਡਾ ਕੰਕਲੂਜਨ ਪਾਰਟ, ਇਹ ਜੋ ਮੇਰਾ ਰਹਿ ਗਿਆ ਸੀ ਇਟਸ ਐਵਰ ਚੇਂਜਿੰਗ ਲਾਈਫ ਸਟਾਈਲ ਇਸ ਤੋਂ ਬਿਸਾਈਡ ਤੋਂ ਪਹਿਲਾਂ ਇੱਥੇ ਫਿਰ ਫੁੱਲ ਸਟਾਪ ਦੈਨ ਬਿਸਾਈਡ ਇਟਸ ਇੰਪੈਕਟ ਔਨ ਟੋਪਿਕ ਇਜ਼ ਫਾਰ ਰੀਚਿੰਗ ਇਨਡੀਡ। ਹੈਂਸ ਮੈਂ ਤੁਹਾਨੂੰ ਦੱਸਤਾ ਕਿ ਟੋਪਿਕ ਕਿਵੇਂ ਲਿਖਣਾ ਹੈ, ਪੂਰਾ ਲਿਖ ਸਕਦੇ ਹੋ ਜੇ ਤੁਸੀਂ ਪੂਰਾ ਲਿਖਣਾ ਹੈ। ਵਰਡ ਲਿਮਿਟ ਜ਼ਰੂਰ ਮਾਈਂਡ 'ਚ ਰੱਖਿਓ ਕਿ ਸਾਡੀ 300 ਵਰਡਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਮੈਂ ਤਾਂ ਕਹਿੰਦਾ ਤੁਸੀਂ ਵਰਡ ਲਿਮਿਟ ਜੋ ਸਾਡੀ ਹੋਣੀ ਚਾਹੀਦੀ ਹੈ 260 270 ਹੋਵੇ, 300 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅਗਰ 290 ਵੀ ਜਾ ਰਹੀ ਹੈ ਤਾਂ ਕੋਈ ਚੱਕਰ ਨਹੀਂ, 300 ਬਸ ਇੱਕ ਗੱਲ ਧਿਆਨ ਰੱਖ ਕੇ 300 ਤੋਂ ਜ਼ਿਆਦਾ ਨਹੀਂ। ਥੋੜ੍ਹਾ ਜਿਹਾ ਮਾਈਂਡ ਯੂਜ਼ ਕਰਿਓ ਬਿਕੋਜ਼ ਮਾਈਂਡ ਦੀ ਹੀ ਗੱਲ ਹੈ। ਇਹ PTE ਜੋ ਅਸੀਂ ਇਹਦੇ 'ਚ ਸਾਡੇ ਇਹ ਜੋ PTE 'ਚ ਮੀਨਸ ਕਿ ਅਗਰ IELTS ਦੀ ਵੀ ਗੱਲ ਕਰਦੇ ਹਾਂ ਨਾ ਅਸੀਂ, ਉੱਥੇ ਵੀ ਸਾਡੇ ਤੁੱਕੇ ਹੀ ਆ, ਪੂਰੇ ਵੀ ਸਾਡੇ ਤੁੱਕੇ ਹੀ ਆ ਬਿਕੋਜ਼ ਅਸੀਂ ਜੇ ਕਰ ਗਏ ਤਾਂ ਕਰ ਗਏ, ਨਹੀਂ ਤਾਂ ਫਿਰ ਤਾਂ ਅਸੀਂ ਫਸ ਜਾਵਾਂਗੇ। ਦੇਖੋ ਪ੍ਰੈਕਟਿਸ ਜ਼ਰੂਰੀ ਆ, ਪ੍ਰੈਕਟਿਸ ਹਰ ਇੱਕ ਚੀਜ਼ ਲਈ ਜ਼ਰੂਰੀ ਆ, ਕੋਈ ਵੀ ਅਸੀਂ ਕੰਮ ਕਰ ਰਹੇ ਹਾਂ ਸੋ ਪ੍ਰੈਕਟਿਸ ਹੋਣੀ ਚਾਹੀਦੀ ਹੈ ਸਾਨੂੰ। ਅਗਰ ਪ੍ਰੈਕਟਿਸ ਨਹੀਂ ਕਰਾਂਗੇ ਤਾਂ ਫਿਰ ਅਸੀਂ ਮੀਨਸ ਕਿ ਮਾਰਕਸ ਦੀ ਤੁਸੀਂ ਬਿਲਕੁਲ ਵੀ ਫਿਰ ਉਮੀਦ ਨਾ ਰੱਖੋ ਕਿ ਸਾਡੇ ਮਾਰਕਸ ਆ ਜਾਣਗੇ। ਬਿਨਾਂ ਪ੍ਰੈਕਟਿਸ ਤੋਂ ਅਸੀਂ ਕੁਛ ਨਹੀਂ ਕਰ ਸਕਦੇ। ਇਹ ਚੀਜ਼ਾਂ ਜ਼ਰੂਰੀ ਨੇ ਬਿਕੋਜ਼ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੁਹਾਨੂੰ ਪਤਾ ਹੈ। ਸੋ ਪ੍ਰੈਕਟਿਸ ਕਰੋ ਜਿੰਨੀ ਹੋ ਸਕਦੀ ਹੈ। ਮੈਂ ਨਹੀਂ ਕਹਿੰਦਾ ਕਿ ਬਿਲਕੁਲ ਹੀ ਬਰਡਨ ਲੈ ਲਓ ਸਿਰ 'ਤੇ, ਬਟ ਨਹੀਂ, ਉਨੀ ਪ੍ਰੈਕਟਿਸ ਕਰੋ ਜਿਸ 'ਚ ਤੁਸੀਂ ਮਤਲਬ ਇੰਜੋਏ ਰਹੋਗੇ। ਹਾਂ, ਅਸੀਂ ਇੰਜੋਏ ਕਰਦੇ ਕਰਦੇ ਪ੍ਰੈਕਟਿਸ ਕਰੋ, ਜ਼ਿਆਦਾ ਬਰਡਨ ਲੈਣ ਦੀ ਜ਼ਰੂਰਤ ਨਹੀਂ ਹੈ, ਬਹੁਤ ਆਸਾਨ ਹੈ। 1 ਮੰਥ ਦਾ ਕੋਰਸ ਹੈ ਮੈਕਸੀਮਮ। ਚਲੋ ਠੀਕ ਹੈ, ਜੇ ਕੋਈ ਅਸੀਂ ਨਾਲ ਬਿਕੋਜ਼ ਬਹੁਤ ਸਾਰੇ ਸਟੂਡੈਂਟਸ ਐਵੇਂ ਹੁੰਦੇ ਕਿ ਨਾਲ ਉਹ ਉਹਨਾਂ ਦੀ ਅਕੈਡਮਿਕ ਸਟੱਡੀ ਵੀ ਕਰਦੇ ਹੈ, ਨਾਲ ਉਹ PTE ਦੀ ਵੀ ਤਿਆਰੀ ਕਰੀ ਜਾਂਦੇ। ਬਟ ਮੈਂ ਤਾਂ ਸਿੰਪਲ ਕਹਿੰਦੇ ਅਗਰ ਤੁਸੀਂ ਫਿਰ ਉਹਨਾਂ ਲਈ ਥੋੜ੍ਹਾ ਜਿਹਾ ਲੰਬਾ ਹੋ ਜਾਂਦਾ ਕਿ ਹਾਂ ਅਸੀਂ ਆਰਾਮ ਨਾਲ ਕਰਨਾ ਹੈ, ਅਸੀਂ 2-3 ਮੰਥਸ ਲੈਵਾਂਗੇ। ਬਟ ਜੋ ਇਕੱਲੇ PTE ਦੀ ਕਰਦੇ ਫਿਰ ਉੱਥੇ ਅਸੀਂ 1 ਮੰਥ ਬਹੁਤ ਮੰਨ ਕੇ ਚੱਲਾਂਗੇ ਬਿਕੋਜ਼ ਜਿਵੇਂ ਅਸੀਂ ਅਗਰ ਆਪਣਾ ਟਾਈਮ ਲਿਮਿਟ ਵਧਾਵਾਂਗੇ ਨਾ ਫਿਰ ਅਸੀਂ ਫਸਦੇ ਜਾਵਾਂਗੇ। ਸੋ ਉਹਦਾ ਕੋਈ ਫਾਇਦਾ ਨਹੀਂ। 1 ਮੰਥ ਬਹੁਤ ਹੈ। ਮੈਂ ਤਾਂ 15 ਦਿਨਾਂ 'ਚ ਵੀ ਕਰਦੇ ਦੇਖਿਆ, ਬਟ ਨਹੀਂ, 1 ਮੰਥ ਬਹੁਤ ਆ। ਸਾਨੂੰ ਕਾਹਲੀ ਦੀ ਕੋਈ ਲੋੜ ਨਹੀਂ ਬਿਕੋਜ਼ ਇਹ ਫਿਰ ਲਾਈਫ ਟਾਈਮ ਆਪਣਾ ਅੱਗੇ ਸਾਡੀ ਜ਼ਿੰਦਗੀ ਦਾ ਸਵਾਲ ਆ, ਅਸੀਂ ਫਿਊਚਰ 'ਚ ਕੁਛ ਕਰਨਾ ਹੈ। ਸੋ ਥੋੜ੍ਹਾ ਜਿਹਾ ਅਸੀਂ ਸਬਰ ਕਰ ਸਕਦੇ ਹਾਂ ਇਸ ਚੀਜ਼ ਲਈ ਬਿਕੋਜ਼ ਕੱਲ੍ਹ ਨੂੰ ਅਸੀਂ ਮਾਰਕਸ ਵੀ ਲੈਣੇ ਆ ਵਧੀਆ। ਬਹੁਤ ਸਹੀ ਹੈ ਇਹ PTE, ਕੋਈ ਜ਼ਿਆਦਾ ਡਾਊਟ ਨਹੀਂ ਤੁਹਾਨੂੰ। ਅਗਰ ਤੁਹਾਨੂੰ ਲੱਗਦਾ ਕਿ IELTS ਦੇ ਕੰਪੇਅਰ 'ਚ ਇਹਦੀ ਵੈਲਿਊ ਘੱਟ ਤਾਂ ਨਹੀਂ, ਬਿਲਕੁਲ ਇਹ ਵਹਿਮ ਹੈ। ਇਹ ਵਹਿਮ ਲੋਕਾਂ ਦਾ ਜਿਨ੍ਹਾਂ ਦਾ ਹੈਗਾ ਉਹਨਾਂ ਦਾ ਅਸੀਂ ਕੁਛ ਨਹੀਂ ਕਰ ਸਕਦੇ, ਬਟ ਹੈ PTE ਦੀ ਵੈਲਿਊ, ਇਹਦੇ 'ਚ ਕੋਈ ਸ਼ੱਕ ਨਹੀਂ। ਓਕੇ, ਸੋ ਇਹ ਸੀ ਸਾਡਾ ਜੋ ਟੈਂਪਲੇਟ ਬੋਥ ਸਾਈਡਡ ਦਾ। ਹੁਣ ਅਸੀਂ ਜੋ ਪ੍ਰੋਬਲਮ ਸੋਲਿਊਸ਼ਨ ਦੀ ਅਗਰ ਤੁਹਾਨੂੰ ਲੋੜ ਹੈ ਤਾਂ ਮੈਨੂੰ ਜ਼ਰੂਰ ਦੱਸ ਦਿਓ, ਅਦਰਵਾਈਜ਼ ਲੋੜ ਨਹੀਂ। ਇਹੀ ਬੋਥ ਸਾਈਡਡ ਵਾਲਾ ਟੈਂਪਲੇਟ ਚੱਲੂਗਾ, ਉਹਦੇ 'ਚ ਬੇਫਿਕਰ ਰਹੋ, ਬਿਲਕੁਲ ਚੱਲੂਗਾ, ਮੈਂ ਗਰੰਟੀ ਦਿੰਦਾ ਇਸ ਚੀਜ਼ ਦੀ। ਸੈਕਿੰਡ ਚੀਜ਼, ਹੁਣ ਅਸੀਂ ਜਾਵਾਂਗੇ ਰੀਡਿੰਗ ਮੋਡਿਊਲ 'ਤੇ। ਰੀਡਿੰਗ ਮੋਡਿਊਲ 'ਚ ਕੀ ਕੁਛ ਹੈ, ਵਾਈ ਕਿਉਂ ਕਹਿੰਦੇ ਆ ਕਿ ਰੀਡਿੰਗ ਬਹੁਤ ਔਖੀ ਆ। ਬਹੁਤ ਸਾਰੇ ਸਟੂਡੈਂਟਸ ਇਹ ਵੀ ਕਹਿ ਦਿੰਦੇ ਜਿਨ੍ਹਾਂ ਦੇ ਮਾਰਕਸ ਆ ਜਾਂਦੇ ਕਿ ਨਹੀਂ ਰੀਡਿੰਗ ਬਹੁਤ ਸੌਖੀ ਆ, ਬਟ ਰਿਐਲਿਟੀ ਕੀ ਹੈ, ਰੀਡਿੰਗ ਸੱਚੀ ਹੀ ਬਹੁਤ ਸੌਖੀ ਆ। ਸੋ ਫਿਰ ਸਾਡਾ ਲਿਸਨਿੰਗ ਰਹਿ ਗਿਆ, ਦੈਨ ਹੋਰ ਵੀ ਵੀਡੀਓਜ਼ ਆਉਂਦੀਆਂ ਰਹਿਣਗੀਆਂ। ਡਿਸਕ੍ਰਾਈਬ ਇਮੇਜ 'ਤੇ ਮੈਂ ਕੁਛ ਕੁ ਪਾਰਟਸ ਰਹਿ ਗਏ ਸੀ, ਕੁਛ ਕੁ ਕਨਫਿਊਜ਼ਨ ਸੀ ਸਟੂਡੈਂਟਸ ਦੀਆਂ, ਉਸ 'ਤੇ ਵੀਡੀਓਜ਼ ਹੋਰ ਲੈ ਕੇ ਆਊਂਗਾ 1-2, ਸੋ ਵੀ ਕਲੀਅਰ ਕਰਾਂਗੇ। ਇਹ ਸੀ ਸਾਡਾ ਰਾਈਟਿੰਗ ਮੋਡਿਊਲ ਅੱਜ ਅਸੀਂ ਕੰਪਲੀਟ ਕਰ ਲਿਆ। ਪ੍ਰੈਕਟਿਸ ਕਰੋ ਇਸ ਦੀ ਬਹੁਤ ਜ਼ਿਆਦਾ, ਪ੍ਰੈਕਟਿਸ ਜਿੰਨੀ ਜ਼ਿਆਦਾ ਕਰਾਂਗੇ ਉਹਨਾਂ ਜ਼ਿਆਦਾ ਤੁਹਾਡਾ ਬੈਨੀਫਿਟ ਹੋਊਗਾ। ਸੋ ਕੀਪ ਵਾਚਿੰਗ PTE Trainer, ਲਾਈਕ, ਸਬਸਕ੍ਰਾਈਬ
कमेंट जरूर दस करियो जे थोड़ा कोई डाउट है, और सबसक्राइब जरूर करो चैनल नूं। कंटैक्ट नंबर मेरा डिस्क्रिप्शन च है, अगर थोड़ा कोई डाउट लगता है या कोई थोड़ा प्रॉब्लम है टैंपलेट च मैनूं जरूर दस्सिओ, मैसेज कर सकते हो कदे भी। कोई भी थोड़ा अगर पीटी की कोई लैनी हो इन्फॉर्मेशन तो जरूर मैनूं दस्सिओ, कंटैक्ट के मैनूं कॉल कर सकते हो तुसीं कदे भी। सो ये सी अगर कोई डाउट आ तो जरूर मैनूं दस्सिओ, मैसेज कर दिओ, चाहे कॉल कर लिओ, कुछ भी तुहाडी मर्जी। सो यही सी साडी जो वीडियो अज दी राइटिंग मॉड्यूल दी सैकेंड ऐसे बोथ साइडेड प्रॉब्लम सोल्यूशन, मैं फिर तो कह देना यही टैंपलेट रहूगा। ਉਹਦੇ 'ਚ ਪੁੱਛਿਆ ਜਾਊਗਾ ਸਾਨੂੰ ਕਿ ਟੌਪਿਕ ਵਿੱਚ ਕੀ ਹੋਊਗਾ ਕਿ ਇਹ ਪ੍ਰੋਬਲਮ ਆ, ਵਟ ਇਜ਼ ਸੋਲਿਊਸ਼ਨ। ਮੈਂ ਪਹਿਲੇ ਵੀ ਕਿਹਾ ਸੀ, ਅਗਰ ਐਗਰੀ ਡਿਸਐਗਰੀ ਆ ਗਿਆ ਟੌਪਿਕ ਤਾਂ ਐਗਰੀ ਵਾਲਾ ਆਊਗਾ। ਇਫ ਤੁਹਾਨੂੰ ਕਹਿ ਰਹੇ ਡਿਸਐਡਵਾਂਟੇਜ ਜਾਂ ਐਡਵਾਂਟੇਜ ਜਾਂ ਐਗਰੀ ਡਿਸਐਗਰੀ ਨੂੰ ਛੱਡ ਕੇ ਅਗਰ ਮਤਲਬ ਟੌਪਿਕ ਤੁਹਾਨੂੰ ਕਿਤੇ ਐਗਰੀ ਡਿਸਐਗਰੀ ਨਹੀਂ ਦੇਖਦਾ ਤਾਂ ਚੁੱਪ ਕਰਕੇ ਬੋਥ ਸਾਈਡਡ ਵਾਲਾ ਟੈਂਪਲੇਟ ਯੂਜ਼ ਕਰਿਓ, ਬਸ ਗੱਲ ਖਤਮ। ਸੋ ਇਸ ਦੀ ਵੀਡੀਓ ਸਾਡੀ ਕੀਪ ਵਾਚਿੰਗ ਪੀਟੀ ਟ੍ਰੇਨਰ। ਸਤਿ ਸ਼੍ਰੀ ਅਕਾਲ।